ਭਗਵੰਤ ਮਾਨ ਸਰਕਾਰ ਨੇ ਇੱਕ ਐਮਐਲਏ ਇੱਕ ਪੈਨਸ਼ਨ ਕਰਤੀ ਹੈ। ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ Being in education profession, I feel it's good because ਸਾਨੂੰ ਲੋਕਾਂ ਨੂੰ ਹੈ ਹੀ ਨਹੀਂ ਪੈਨਸ਼ਨਸ। ਸਾਡੀਆਂ ਜਿਹੜੀਆਂ ਜੌਬਸ ਹੁਣ ਆਈਆਂ ਨਾ ਲੇਟ ਆਫਟਰ 2004 ਸਾਨੂੰ ਪੈਨਸ਼ਨੇਬਲ ਜੌਬਸ ਨਹੀਂ ਤੇ ਉਹ ਲੋਕ ਇੰਨੀਆਂ ਪੈਨਸ਼ਨਸ ਲੈ ਰਹੇ ਸੀ। ਇਟਸ ਗੁੱਡ। ਕਈਆਂ ਦਾ ਕਹਿਣਾ ਹੈ ਕਿ ਇੰਨੇ 'ਚ ਸਾਡਾ ਗੁਜ਼ਾਰਾ ਨਹੀਂ ਹੋਣਾ, ਇੱਕ ਪੈਨਸ਼ਨ 'ਚ ਜਾਂ 70-80 ਹਜ਼ਾਰ 'ਚ ਨਹੀਂ ਸਾਡਾ ਗੁਜ਼ਾਰਾ ਹੋਣਾ। ਤੁਸੀਂ ਕਿਵੇਂ ਦੇਖਦੇ? ਨਾਲੋਂ ਧਰਨੇ ਜਿੱਦਾਂ ਅਸੀਂ ਲਾਏ ਜਿਹੜਾ ਬੰਦਾ 12,000 ਲੈ ਕੇ ਗੁਜ਼ਾਰਾ ਕਰ ਰਿਹਾ, ਜਿਹਨੂੰ ਐਨਪੀਐਸ ਸਕੀਮ 'ਚ ਤੁਸੀਂ ਪਾਤਾ 2004 ਤੋਂ ਬਾਅਦ ਪੈਨਸ਼ਨ ਨਹੀਂ ਹੈਗੀ ਅੱਜ ਦੇ ਸਮੇਂ 'ਚ, ਉਹਦਾ ਜਿਹੜਾ ਫਿਊਚਰ ਆ ਉਹ ਕਿਆ ਹੋਊਗਾ ਜਾਂ ਉਹਦੇ ਬੱਚਿਆਂ ਦਾ ਫਿਊਚਰ ਕਿਆ ਹੋਊਗਾ? ਤੁਸੀਂ 12,000 ਲੈ ਲਓ, ਸਾਨੂੰ 70-80 ਹਜ਼ਾਰ ਦੇ ਦਿਓ। ਨਹੀਂ, ਬਹੁਤ ਵਧੀਆ ਲੱਗਿਆ ਜੀ। ਇੱਦਾਂ ਆਪਣਾ ਵਧੀਆ ਹੁਣ ਹੈ, ਆਸ ਕੁਛ ਪੰਜਾਬ ਦਾ ਬਣ ਜਾਏਗਾ ਜੀ। ਪਹਿਲਾਂ ਕੁਛ ਨਹੀਂ, ਬਸ ਇਹਨਾਂ ਦੇ ਦਿੱਤੇ ਸੀ ਖਜ਼ਾਨੇ ਖਾਲੀ। ਜੋ ਹਰ ਬੰਦੇ ਨੂੰ, ਹਰ ਗਵਰਨਮੈਂਟ EMPLOYE ਨੂੰ ਵਿੱਚ ਵਾਰੀ ਪੈਨਸ਼ਨ ਮਿਲਦੀ ਹੈ, ਪਰ ਇਹਨਾਂ ਨੂੰ 4-4 5-5 ਵਿੱਚ ਮਿਲਦੀ ਹੈ। ਕਈਆਂ ਦਾ ਕਹਿਣਾ ਕਿ 70-80 ਹਜ਼ਾਰ 'ਚ ਸਾਡਾ ਗੁਜ਼ਾਰਾ ਨਹੀਂ ਹੋਣਾ। ਇਹਨਾਂ ਨੂੰ ਆਪਾਂ 올ਡ ਏਜ ਵਾਲਿਆਂ ਨੂੰ 1500 ਦੇ ਰਹੇ ਹਾਂ, ਉਹਨਾਂ ਨੂੰ ਹੋ ਰਿਹਾ। एक एमएलए एक पेंशन के बारे में कुछ कह नहीं सकता है। फैसला बहुत बढ़िया है। पेंशन की पुरानों की सबकी खत्म होनी चाहिए। ਪੈਨਸ਼ਨ ਹੋਣੀ ਨਹੀਂ ਚਾਹੀਦੀ। ਉਹ ਸੇਵਾ ਵਾਸਤੇ ਆਏ ਆ, ਉਹਨਾਂ ਦੀ ਕਿਹੜੀ ਕੋਈ ਕੁਆਲੀਫਿਕੇਸ਼ਨ ਆ, ਆਪਣੀ ਮਰਜ਼ੀ ਨਾਲ ਲਾਉਂਦੇ ਆ ਪੋਲੀਟਿਕਸ। ਨਹੀਂ ਸਭ ਸਟੇਟ में होना चाहिए। ਬਿਲਕੁਲ ਆਲ ਓਵਰ ਸਟੇਟ में ਇਹਨਾਂ ਨੇ ਕੀ ਕੀਤਾ, ਜਿਹੜੇ ਇਹਨਾਂ ਦੇ ਆਪਣੇ ਵਿਧਾਇਕ ਹੈ ਉਹਨਾਂ ਨੂੰ ਫੈਸਿਲਿਟੀਜ਼ ਚਾਲੂ ਰੱਖਦੀਆਂ, ਜਿਹੜੇ ਦੂਜੇ ਵਿਧਾਇਕ ਸੀਗੇ ਹੋਰ ਪਾਰਟੀਆਂ ਦੇ, ਉਹ ਕਹਿੰਦੇ ਸਾਡੀ ਫੈਸਿਲਿਟੀਜ਼ ਬੰਦ ਕਰ ਦੇ। मैडम एक वो लोग ही ने ਜਿਹੜੇ ਉਰੇ ਪ੍ਰਾਈਵੇਟ ਜੌਬ ਕਰਦੇ ਨੇ, ਉਹ 15 ਤੋਂ 20 ਹਜ਼ਾਰ ਲੈਂਦੇ ਨੇ, ਕੋਈ 25 ਹਜ਼ਾਰ ਵੀ ਲੈਂਦਾ। ਚਲੋ ਉਹ 15-20 ਹਜ਼ਾਰ ਕਿੱਦਾਂ ਗੁਜ਼ਾਰਾ ਕਰਦੇ? ਕੋਈ ਇੰਨਾ ਜ਼ਿਆਦਾ ਖਰਚਾ ਤਾਂ ਹੈ ਨਹੀਂਗਾ ਜੇ ਲਾਇਆ ਜਾਵੇ। ਕੋਈ ਉਹਨਾਂ ਨੂੰ ਹੋਰ ਇਨਕਮ ਵੀ ਹੈਗੀ, MP ਨੇ, MLA ਨੇ, ਉਹਨਾਂ ਨੂੰ ਹੋਰ ਵੀ ਇਨਕਮ ਹੈਗੀ ਆ। ਜਿਨ੍ਹਾਂ ਦੀ ਇਨਕਮ ਹੈ ਸਿਰਫ ਸੈਲਰੀ ਤੋਂ, ਉਹਨਾਂ ਦਾ ਵੀ ਤਾਂ ਗੁਜ਼ਾਰਾ ਹੋ ਹੀ ਰਿਹਾ ਨਾ। ਬਹੁਤ ਚੰਗਾ ਫੈਸਲਾ ਜੀ। ਜਿਹੜੇ ਮਤਲਬ ਪਹਿਲਾਂ MLA ਸੀ, ਸਾਨੂੰ ਪਤਾ ਹੀ ਨਹੀਂ ਸੀ ਵੀ ਪੈਨਸ਼ਨ ਹੈ ਕਿੰਨੀ, ਉਹਨਾਂ ਦੀ ਕਿੰਨੀਆਂ ਲੈ ਰਹੇ, ਉਹ ਤਾਂ ਅਲੱਗ ਗੱਲ ਆ ਕਿ 75,000 ਬਹੁਤ ਜ਼ਿਆਦਾ ਹੁੰਦੀ ਹੈ ਇੱਕ MLA ਲਈ। ਜਿਵੇਂ ਅੱਜ ਕੱਲ੍ਹ ਨਿੱਤ MLA ਦੇ ਬਿਆਨ ਆ ਰਹੇ ਕਿ ਸਾਡੀ ਪੈਨਸ਼ਨ ਬਹੁਤ ਥੋੜ੍ਹੀ ਆ, ਤੇ ਅਸੀਂ ਜੋ 10-10,000 15-15,000 ਤੇ ਨੌਕਰੀ ਕਰ ਰਹੇ, ਸਾਡਾ ਵੀ ਤਾਂ ਕੋਈ ਸੋਚੇ। ਪੈਨਸ਼ਨ ਦਾ ਮਤਲਬ ਤਾਂ ਉਹ ਹੁੰਦਾ ਜੇ ਤੁਸੀਂ ਮਤਲਬ ਕੋਈ ਸਰਵਿਸ ਦਿੰਦੇ ਆ, ਸਰਵਿਸ ਦੇ ਬਦਲੇ ਤੁਹਾਨੂੰ ਪੈਨਸ਼ਨ ਦਿੱਤੀ ਹੈ। ਜਦੋਂ ਤੁਸੀਂ ਕਾਰੀ ਸੇਵਾ ਰਹੇ, ਉਹਦੇ ਬਦਲੇ ਤਾਂ ਪੈਨਸ਼ਨ NGOs ਚੱਲ ਰਹੀਆਂ, ਉਹਨੂੰ ਕੌਣ ਪੈਨਸ਼ਨ ਦੇ ਰਿਹਾ? ਉਹਨਾਂ ਨੂੰ ਤਾਂ ਕੋਈ ਸੈਲਰੀ ਵੀ ਨਹੀਂ ਦੇ ਰਿਹਾ। NGOs ਬਹੁਤ ਸਾਰੀਆਂ ਚੱਲ ਰਹੀਆਂ ਇੱਥੇ, ਜਿਹੜੇ ਲੋਕਾਂ ਦਾ ਭਲਾ ਕਰ ਰਹੇ ਆ, ਉਹਨਾਂ ਨੂੰ ਤਾਂ ਕੋਈ ਸੈਲਰੀ ਵੀ ਨਹੀਂ ਦੇ ਰਿਹਾ। ਪੈਨਸ਼ਨ ਤਾਂ ਬਾਅਦ ਦੀ ਗੱਲ, ਇਹਨਾਂ ਨੂੰ ਪੈਨਸ਼ਨ ਕਿਉਂ ਚਾਹੀਦੀ ਫਿਰ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ TV। ਮੈਂ ਤੁਹਾਡੇ ਨਾਲ ਸੀਰਤ ਸੰਧੂ। 70 ਸਾਲਾਂ ਦੇ ਇਤਿਹਾਸ ਦੇ ਵਿੱਚ ਸ਼ਾਇਦ ਪਹਿਲੀ ਵਾਰ ਹੋ ਰਿਹਾ ਕਿ ਪੰਜਾਬ ਦੇ ਜਿੰਨੇ ਵੀ ਵਿਧਾਇਕ ਤੇ ਮੰਤਰੀ ਹੋਏ ਆ, ਉਹਨਾਂ ਨੂੰ ਇੱਕ ਤੋਂ ਵੱਧ ਮਿਲਣ ਵਾਲੀ ਪੈਨਸ਼ਨ ਨੂੰ ਬੰਦ ਕਰ ਦਿੱਤਾ ਗਿਆ। ਮਾਨ ਸਰਕਾਰ ਦੇ ਇਸ ਫੈਸਲੇ ਦਾ ਜਿੱਥੇ ਕਈ ਵਿਧਾਇਕ ਸਵਾਗਤ ਕਰ ਰਹੇ ਆ, ਉੱਥੇ ਹੀ ਕਈ ਵਿਧਾਇਕ ਜਿਵੇਂ ਕਿ ਮਾਸਟਰ ਮੋਹਨ ਲਾਲ, ਕੁਲਦੀਪ ਸਿੰਘ ਵੈਦ, ਹੋਰ ਵੀ ਇੱਦਾਂ ਦੇ ਕਈ ਵਿਧਾਇਕ ਵਿਰੋਧ ਕਰ ਰਹੇ ਨੇ। ਅਸੀਂ ਇਸ ਵੇਲੇ ਲੋਕਾਂ ਦੇ ਵਿੱਚ ਖੜੇ ਹਾਂ, ਉਹਨਾਂ ਤੋਂ ਪੁੱਛਦੇ ਹਾਂ ਕਿ ਉਹ ਇਸ ਫੈਸਲੇ ਨੂੰ ਕਿੱਦਾਂ ਦੇਖਦੇ ਆ। ਆਓ ਜੀ ਗੱਲਬਾਤ ਕਰਦੇ ਹਾਂ। ਭੈਣ ਜੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ, ਭਗਵੰਤ ਮਾਨ ਸਰਕਾਰ ਨੇ ਇੱਕ MLA ਇੱਕ ਪੈਨਸ਼ਨ ਕਰਤੀ ਹੈ, ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ? being in education profession, I feel it's good because ਸਾਨੂੰ ਲੋਕਾਂ ਨੂੰ ਹੈ ਹੀ ਨਹੀਂ ਪੈਨਸ਼ਨਸ। ਸਾਡੀਆਂ ਜਿਹੜੀਆਂ ਜੌਬਸ ਹੁਣ ਆਈਆਂ ਨਾ ਲੇਟ ਆਫਟਰ 2004 ਸਾਨੂੰ ਪੈਨਸ਼ਨੇਬਲ ਜੌਬਸ ਨਹੀਂ ਹੈ ਤੇ ਉਹ ਲੋਕ ਇੰਨੀਆਂ ਪੈਨਸ਼ਨਸ ਲੈ ਰਹੇ ਸੀਗੇ। ਇਟਸ ਗੁੱਡ। ਪਰ ਕਈ ਵਿਧਾਇਕ ਜਿਹੜੇ ਹੈਗੇ ਉਹ ਇਸ ਚੀਜ਼ ਦਾ ਵਿਰੋਧ ਕਰ ਰਹੇ ਆ। ਵਿਧਾਇਕ ਕਰਦੇ ਅਸੀਂ ਆਮ ਜਨਤਾ ਬਾਰੇ ਵੀ ਸੋਚੋ ਨਾ, ਅਸੀਂ ਲੋਕ ਕਿੱਦਾਂ ਸਫਰ ਕਰ ਰਹੇ ਹਾਂ। ਹਾਂਜੀ ਬਾਈ ਜੀ। ਪਬਲਿਕ ਮੈਨ ਜੋ ਆਮ ਨਾਗਰਿਕ ਆ, ਇੱਕ ਆਮ ਨਾਗਰਿਕ 5,000 7,000 10,000 12,000 ਪਰ ਕੰਮ ਕਰਦਾ। ਜੇ ਇੱਕ ਬੰਦਾ ਇਹ ਕਹਿ ਰਿਹਾ ਅੱਜ, ਮਤਲਬ ਜਿਹੜੇ ਵੀ ਵਿਧਾਇਕਾਂ ਦੇ ਬਿਆਨ ਆਉਂਦੇ ਵੀ 70,000 80,000 ਨਾਲ ਸਾਡੀ ਇੱਕ ਪੈਨਸ਼ਨ ਨਾਲ ਗੁਜ਼ਾਰਾ ਨਹੀਂ ਹੋ ਸਕਦਾ। ਜਿਹੜਾ ਬੰਦਾ 12,000 ਲੈ ਕੇ ਗੁਜ਼ਾਰਾ ਕਰ ਰਿਹਾ, ਜਿਹਨੂੰ NPS ਸਕੀਮ 'ਚ ਤੁਸੀਂ ਪਾਤਾ 2004 ਤੋਂ ਬਾਅਦ ਪੈਨਸ਼ਨ ਨਹੀਂ ਹੈਗੀ ਅੱਜ ਦੇ ਸਮੇਂ 'ਚ, ਉਹਦਾ ਜਿਹੜਾ ਫਿਊਚਰ ਆ ਉਹ ਕਿਆ ਹੋਊਗਾ ਜਾਂ ਉਹਦੇ ਬੱਚਿਆਂ ਦਾ ਫਿਊਚਰ ਕਿਆ ਹੋਊਗਾ? ਤੁਸੀਂ 12,000 ਲੈ ਲਓ, ਸਾਨੂੰ 70-80 ਹਜ਼ਾਰ ਦੇ ਦਿਓ ਪੈਨਸ਼ਨ। ਮਤਲਬ ਇਹ ਜਿਹੜੀ ਮੁਲਾਜ਼ਮ ਵਰਗ ਦੀ ਵੀ 2004 ਤੋਂ ਬਾਅਦ ਬੰਦ ਕਰੀ ਆ, ਇਹ ਵੀ ਰਿਲੀਜ਼ ਹੋਣੀ ਚਾਹੀਦੀ ਆ। ਅਸੀਂ ਤਾਂ ਇਹ ਕਹਿੰਦੇ ਆ। ਬਾਕੀ ਜਿੰਨਾ ਵੀ ਯੂਥ ਬੇਰੁਜ਼ਗਾਰ ਆ ਜਾਂ ਜਿਹੜੇ ਵੀ ਪ੍ਰਾਈਵੇਟ ਸੈਕਟਰ 'ਚ ਕੰਮ ਕਰਦੇ ਆ, ਇਹ ਤਾਂ ਸ਼ੋਸ਼ਣ ਹੋ ਰਿਹਾ ਕਿਸੇ ਦਾ। ਕੋਈ 12 ਲੈ ਰਿਹਾ, ਕੋਈ 18 ਲੈ ਰਿਹਾ, ਕੋਈ 14 ਲੈ ਰਿਹਾ, ਹੈ ਨਾ। ਉਹਨਾਂ ਨੂੰ ਕੋਈ ਪੈਨਸ਼ਨ ਨਹੀਂ ਹੈਗੀ। ਕੋਈ ਉਹਨਾਂ ਦਾ ਮਤਲਬ EPF ਸਕੀਮ 'ਚ ਨਾ ਮਾਤਰ ਪੈਨਸ਼ਨ, ਜੇ ਉਹਨਾਂ ਨੂੰ ਫੈਮਿਲੀ ਪੈਨਸ਼ਨ 3200 3500 ਲੱਗਦੀ ਆ, ਉਹ ਇੱਕ ਨਾ ਮਾਤਰ ਆ। ਉਹ ਉਹਨਾਂ ਦੇ ਮੈਡੀਕਲ ਦੇ ਖਰਚੇ ਵੀ ਨਹੀਂ ਕਰ ਰਹੀ।
ਮੈਂ ਵੀ ਅੱਜ ਭੈਣ ਜੀ ਕਈਆਂ ਦਾ ਕਹਿਣਾ ਕਿ ਇੰਨੇ 'ਚ ਸਾਡਾ ਗੁਜ਼ਾਰਾ ਨਹੀਂ ਹੋਣਾ, ਇੱਕ ਪੈਨਸ਼ਨ 'ਚ ਜਾਂ 70-80 ਹਜ਼ਾਰ 'ਚ ਨਹੀਂ ਸਾਡਾ ਗੁਜ਼ਾਰਾ ਹੋਣਾ। ਤੁਸੀਂ ਕਿਵੇਂ ਦੇਖਦੇ? ਲਾ ਲਓ ਧਰਨੇ ਜਿੱਦਾਂ ਅਸੀਂ ਲਾਏ ਆ, ਕੱਢ ਲਓ ਕੁਛ, ਤੁਸੀਂ ਵੀ ਜਿੱਤ ਲਓ। ਸਾਨੂੰ ਤਾਂ ਕੁਝ ਮਿਲਿਆ ਨਹੀਂ, ਸਾਨੂੰ ਤਾਂ ਪੈਨਸ਼ਨਾਂ ਮਿਲੀਆਂ ਨਹੀਂ, ਤੁਸੀਂ ਵੀ ਧਰਨੇ ਲਾ ਲਓ। ਅਸੀਂ ਡਿਊਟੀਆਂ ਦਵਾਂਗੇ, ਇਸੇ ਚੀਜ਼ ਨੂੰ ਲੱਗੇ ਹੋਏ ਧਰਨੇ ਜਿੱਦਾਂ ਲਾਉਂਦੇ ਸਾਨੂੰ ਡੰਡੇ ਮਾਰਦੇ, ਅਸੀਂ ਮਾਰੂਗੇ ਹੁਣ ਇਹਨਾਂ ਨੂੰ। ਅੰਕਲ ਭਗਵੰਤ ਮਾਨ ਸਰਕਾਰ ਨੇ ਇੱਕ ਫੈਸਲਾ ਲਿੱਤਾ ਹੈ, ਇੱਕ ਐਮਐਲਏ ਇੱਕ ਪੈਨਸ਼ਨ, ਤੁਸੀਂ ਕਿਵੇਂ ਦੇਖਦੇ ਹੋ? ਠੀਕ ਹੈ, ਬਿਲਕੁਲ ਓਕੇ। ਪਰ ਕਈ ਜਿਹੜੇ ਵਿਧਾਇਕ ਆ ਉਸ ਚੀਜ਼ ਦਾ ਵਿਰੋਧ ਕਰ ਰਹੇ ਆ। ਕਰਨਾ ਚਾਹੀਦਾ ਨੇ, ਸਭ ਨੂੰ ਇੱਕ ਮਿਲਣੀ ਚਾਹੀਦੀ ਪੈਨਸ਼ਨ। ਉਹ ਕਹਿੰਦੇ ਸਾਡਾ ਇੰਨੇ 'ਚ ਗੁਜ਼ਾਰਾ ਨਹੀਂ ਹੋਣਾ। ਬਾਕੀ ਤਾਂ ਦੁਨੀਆ ਕਰਦੀ ਹੈ, ਜਿੰਦੀ ਪੈਨਸ਼ਨ ਲੱਗਦੀ ਉਹ ਤੇ ਕਰਦਾ ਗੁਜ਼ਾਰਾ, ਨਹੀਂ ਪੈਨਸ਼ਨ ਬੰਦੇ ਨਹੀਂ ਉਹ ਤੇ ਗੁਜ਼ਾਰਾ ਕਰਦਾ ਹੈ। ਮੈਮ ਸਤਿ ਸ਼੍ਰੀ ਅਕਾਲ। ਮੈਮ ਭਗਵੰਤ ਮਾਨ ਸਰਕਾਰ ਦਾ ਜਿਹੜਾ ਫੈਸਲਾ ਇੱਕ ਐਮਐਲਏ ਇੱਕ ਪੈਨਸ਼ਨ ਦਾ, ਤੁਸੀਂ ਕਿਵੇਂ ਦੇਖਦੇ ਹੋ? ਮੈਨੂੰ ਇਹ ਚੀਜ਼ ਆਈਡੀ ਨਹੀਂ, ਥੈਂਕ ਯੂ ਸੌਰੀ। ਤੁਸੀਂ ਮੈਮ ਕਿਵੇਂ ਦੇਖਦੇ ਹੋ ਭਗਵੰਤ ਮਾਨ ਦਾ ਜਿਹੜਾ ਉਹਨਾਂ ਦੀ ਸਰਕਾਰ ਦਾ ਫੈਸਲਾ ਇੱਕ ਐਮਐਲਏ ਇੱਕ ਪੈਨਸ਼ਨ ਨੂੰ, ਕਿਵੇਂ ਦੇਖਦੇ ਹੋ? ਠੀਕ ਹੈ, ਬਹੁਤ ਵਧੀਆ ਫੈਸਲਾ। ਅੱਛਾ ਹੈ ਕਿ ਠੀਕ ਹੈ, ਨਹੀਂ ਤਾਂ ਵਾਰ-ਵਾਰ ਬਣਨ ਉਨੀ ਡਬਲ ਟ੍ਰਿਪਲ ਹੋਈ ਜਾਂਦੀ ਹੈ। ਸਿੰਗਲ ਠੀਕ ਹੈ, ਅੱਛਾ ਹੈ ਫੈਸਲਾ। ਪਰ ਕਈ ਜਿਹੜੇ ਵਿਧਾਇਕ ਹੈ ਇਸ ਚੀਜ਼ ਦਾ ਵਿਰੋਧ ਕਰ ਰਹੇ ਆ। ਉਹਨਾਂ ਦਾ ਕਹਿਣਾ ਹੈ ਕਿ ਇੰਨੇ 'ਚ ਸਾਡਾ ਗੁਜ਼ਾਰਾ ਨਹੀਂ ਹੋਣਾ। ਗੁਜ਼ਾਰਾ ਕਰਨਾ ਹੈ ਤੇ ਕਰਨ ਵਾਲੇ 10,000 ਚ ਵੀ ਕਰਦੇ ਹੈ, ਕਰਨ ਵਾਲੇ ਲੱਖਾਂ ਚ ਵੀ ਨਹੀਂ ਕਰਦੇ, ਤੇ ਇਹ ਤਾਂ ਆਪਣੇ ਤੇ ਡਿਪੈਂਡ ਹੈ। ਬਾਈ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਆ, ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਕਈ ਵਿਧਾਇਕ ਤੇ ਮੰਤਰੀ ਹੋਏ ਆ ਜਿਹੜੇ 3-3 4-4 ਲੱਖ ਪੈਨਸ਼ਨਾਂ ਲੈਂਦੇ ਆਏ ਆ, ਤੇ ਐਤਕੀ ਭਗਵੰਤ ਮਾਨ ਨੇ ਜੋ ਫੈਸਲਾ ਲਿੱਤਾ ਹੈ, ਤੁਸੀਂ ਉਹ ਫੈਸਲੇ ਨੂੰ ਕਿੱਦਾਂ ਦੇਖਦੇ ਹੋ? ਦੇਖੋ ਜੀ, ਬਹੁਤ ਵਧੀਆ ਗੱਲ ਕੀਤੀ ਹੈ ਜੀ ਉਹਨਾਂ ਨੇ, ਜਿਹੜੀ ਉਹਨਾਂ ਦੀ ਅੱਗੇ ਵਾਲੀ ਪੈਨਸ਼ਨ ਬੰਦ ਕਰਤੀ ਹੈ, ਕਿਉਂਕਿ ਇੱਕ ਸਿੰਗਲ ਪੈਨਸ਼ਨ ਨਾਲ ਵੀ ਉਹਨਾਂ ਦਾ ਵਧੀਆ ਗੁਜ਼ਾਰਾ ਹੋ ਸਕਦਾ ਵਾ। ਆਈ ਥਿੰਕ 75,000 ਦੇ ਕਰੀਬ ਆਉਂਦੀ ਹੈ ਜੀ, ਕਿਉਂਕਿ 75,000 ਤਾਂ ਇਨਫ ਹੁੰਦਾ ਵਾ। ਕਿਉਂਕਿ ਦੇਖੋ ਜੋ ਪਿੱਛੇ ਉਹਨਾਂ ਨੇ ਕੰਮ ਕੀਤਾ ਵਾ, ਉਹ ਜਿਸ ਟਾਈਮ ਉਹਨਾਂ ਨੇ ਆਪਣੀ ਸਰਵਿਸ ਕੀਤੀ ਆ, ਮੰਨ ਲਓ ਐਮਐਲਏ ਰਹੇ ਨੇ, ਐਮਪੀ ਰਹੇ ਨੇ, ਉਸ ਟਾਈਮ 'ਚ ਉਹਨਾਂ ਨੇ ਵੀ ਆਪਣੀ ਫੁੱਲ ਪੇਮੈਂਟ ਉਹਨਾਂ ਨੂੰ ਮਿਲਦੀ ਰਹੀ ਆ, ਸੈਲਰੀ ਫੁੱਲ ਮਿਲਦੀ ਰਹੀ ਆ, ਉਹ ਵਧੀਆ ਗੱਲ ਆ ਜੀ। ਕਿਉਂਕਿ ਹੁਣ ਤਾਂ ਐਕਚੁਅਲੀ ਉਹਨਾਂ ਦਾ ਕੰਮ ਅੱਧਾ ਰਹਿ ਗਿਆ, ਜਦੋਂ ਹੁਣ ਉਹ ਨਹੀਂ ਵੀ ਹਾਰ ਵੀ ਗਏ ਨੇ। ਹੁਣ ਇਸ ਵਾਰ ਚਲੋ ਮੰਨ ਕੇ ਚੱਲਦੇ ਆ, ਜਿਹੜੇ ਹਾਰ ਗਏ ਨੇ ਹੁਣ ਉਹਨਾਂ ਨੂੰ ਇੰਨਾ ਜ਼ਿਆਦਾ ਕੰਮ ਤਾਂ ਰਿਹਾ ਨਹੀਂ ਗਈ, ਬਹੁਤ ਘੱਟ ਕੰਮ ਰਹਿ ਗਿਆ ਵਾ। ਪਰ ਉਹਨਾਂ ਦਾ ਕਹਿਣਾ 70-80 ਹਜ਼ਾਰ 'ਚ ਸਾਡਾ ਗੁਜ਼ਾਰਾ ਨਹੀਂ ਹੋਣਾ। ਮੈਡਮ ਇੱਕ ਉਹ ਲੋਕ ਵੀ ਨੇ ਜਿਹੜੇ ਉਰੇ ਪ੍ਰਾਈਵੇਟ ਜੌਬ ਕਰਦੇ ਨੇ, ਉਹ 15 ਤੋਂ 20 ਹਜ਼ਾਰ ਲੈਂਦੇ ਨੇ, ਕੋਈ 25 ਹਜ਼ਾਰ ਵੀ ਲੈਂਦਾ ਉਹ। ਚਲੋ ਉਹ 15-20 ਹਜ਼ਾਰ ਵਾਲੇ ਕਿੱਦਾਂ ਗੁਜ਼ਾਰਾ ਕਰਦੇ ਨੇ? ਕੋਈ ਇੰਨਾ ਜ਼ਿਆਦਾ ਖਰਚਾ ਤਾਂ ਹੈ ਨਹੀਂ ਗਾ ਜੇ ਲਾਇਆ ਜਾਵੇ। ਕੋਈ ਉਹਨਾਂ ਨੂੰ ਹੋਰ ਇਨਕਮ ਵੀ ਹੈਗੀ, ਐਮਪੀ ਨੇ, ਐਮਐਲਏ ਨੇ, ਉਹਨਾਂ ਨੂੰ ਹੋਰ ਵੀ ਇਨਕਮ ਹੈਗੀ ਆ। ਜਿਨ੍ਹਾਂ ਦੀ ਇਨਕਮ ਹੈ ਸਿਰਫ ਸੈਲਰੀ ਤੋਂ ਆ, ਉਹਨਾਂ ਦਾ ਵੀ ਤਾਂ ਗੁਜ਼ਾਰਾ ਹੋ ਹੀ ਰਿਹਾ ਨਾ ਜੀ। ਕਈ ਵਿਧਾਇਕਾਂ ਦਾ ਕਹਿਣਾ ਹੈ ਜੇ ਪੈਨਸ਼ਨ ਇੱਕ ਕਰਤੀ ਜਾਂ ਇੰਨੀ ਘੱਟ ਪੈਨਸ਼ਨ ਰਹੀ, ਜੇ ਨਾ ਵਧਾਈ ਤਾਂ ਉਹ ਕਰਪਸ਼ਨ ਕਰਨ ਤੇ ਮਜਬੂਰ ਹੋ ਜਾਣਗੇ। ਮੈਡਮ ਕਰਪਸ਼ਨ ਦੇਖੋ, ਤੁਸੀਂ ਕਰਪਸ਼ਨ ਤਾਂ ਉਹ ਤਾਂ ਕਰਨਗੇ ਨਾ ਜੇ ਉਹ ਐਮਐਲਏ ਹੋਣਗੇ ਜਾਂ ਐਮਪੀ ਹੋਣਗੇ, ਕਿਉਂਕਿ ਪਿੱਛੇ ਵਾਲੀਆਂ ਉਹਨਾਂ ਦੀਆਂ ਮੇਰੇ ਹਿਸਾਬ ਨਾਲ ਬੰਦ ਕਰ ਦੇਣੀਆਂ ਚਾਹੀਦੀਆਂ ਨੇ। ਬਹੁਤ ਵਧੀਆ ਗੱਲ ਕੀਤੀ ਉਹਨਾਂ ਨੇ, ਤੇ ਬਾਕੀ ਚਲੋ ਹਰੇਕ ਦੀ ਆਪੋ ਆਪਣੀ ਥਿੰਕਿੰਗ। ਤੁਸੀਂ ਇਸ ਚੀਜ਼ ਦਾ ਸਵਾਗਤ ਕਰਦੇ ਹੋ? ਹਾਂਜੀ ਮੈਡਮ। ਬਾਈ ਕੀ ਨਾਮ ਹੈ ਤੁਹਾਡਾ? ਰਾਜਦੀਪ ਸਿੰਘ ਜੀ। ਰਾਜਦੀਪ ਜੀ। ਰਾਜਦੀਪ ਪਿਛਲੇ ਲੰਬੇ ਸਮੇਂ ਤੋਂ ਕਾਫੀ ਵਿਧਾਇਕ ਤੇ ਬੜੇ ਮੰਤਰੀ ਹੋਏ ਆ ਜਿਹੜੇ ਕਾਫੀ ਲੱਖਾਂ ਵਿੱਚ 3-3 4-4 ਲੱਖ ਰੁਪਈਆ ਪੈਨਸ਼ਨ ਲੈਂਦੇ ਆਏ ਆ, ਪਰ ਭਗਵੰਤ ਮਾਨ ਨੇ ਹੁਣ ਇਹਨਾਂ ਨੇ ਇੱਕੋ ਪੈਨਸ਼ਨ ਲਾਗੂ ਕਰਤੀ ਹੈ। ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ? ਨਹੀਂ, ਬਹੁਤ ਵਧੀਆ ਲੱਗਿਆ ਜੀ। ਇਦਾਂ ਆਪਣਾ ਵਧੀਆ ਹੁਣ ਹੈ, ਆਸ ਕੁਛ ਪੰਜਾਬ ਦਾ ਬਣ ਜਾਏਗਾ ਜੀ। ਪਹਿਲਾਂ ਕੁਛ ਨਹੀਂ, ਬਸ ਇਹਨਾਂ ਦੇ ਇੱਦਾਂ ਸੀ ਖਜ਼ਾਨੇ ਖਾਲੀ ਨੇ, ਬਸ ਇਹੀ ਉਮੀਦ ਸੀ ਉਹਨਾਂ ਤੇ। ਹੁਣ ਹੈਗੀ ਆਸ ਕੁਛ ਬਣ ਜਾਏਗਾ ਪੰਜਾਬ ਦਾ। ਕਹਿੰਦੇ ਇੰਨੇ 'ਚ ਸਾਡਾ ਗੁਜ਼ਾਰਾ ਨਹੀਂ ਹੋਣਾ, ਜਿਵੇਂ ਇੱਕ ਪੈਨਸ਼ਨ ਲਾਗੂ ਕਰਤੀ ਹੈ, ਸਾਡਾ ਗੁਜ਼ਾਰਾ ਨਹੀਂ ਹੋਣਾ। ਤੁਸੀਂ ਕਿਵੇਂ ਦੇਖਦੇ ਹੋ ਇਹਨੂੰ? ਬਸ ਵੇਖੋ ਹੁਣ ਅੱਗੇ ਅੱਗੇ ਕੀ ਬਣਦਾ ਜੀ, ਅਸੀਂ ਕੁਛ ਨਹੀਂ ਪਤਾ ਜੀ, ਵੇਖਦੇ ਆ। ਬਾਕੀ ਹੈ ਆਸ ਇਹਨਾਂ ਤੋਂ, ਹੁਣ ਦੇਖ ਲੈਂਦੇ ਅੱਗੇ ਜਾ ਕੇ। ਭਾਈ ਜਿਵੇਂ ਭਗਵੰਤ ਮਾਨ ਸਰਕਾਰ ਨੇ ਫੈਸਲਾ ਲਿੱਤਾ ਹੈ ਇੱਕ ਪੈਨਸ਼ਨ ਇੱਕ ਐਮਐਲਏ ਦਾ, ਉਹਨੂੰ ਕਿਵੇਂ ਦੇਖਦੇ ਹੋ? ਬਹੁਤ ਚੰਗਾ ਫੈਸਲਾ ਜੀ। ਜਿਹੜੇ ਮਤਲਬ ਪਹਿਲਾਂ ਐਮਐਲਏ ਸੀ, ਸਾਨੂੰ ਪਤਾ ਹੀ ਨਹੀਂ ਸੀ ਵੀ ਪੈਨਸ਼ਨ ਹੈ ਕਿੰਨੀ, ਉਹਨਾਂ ਦੀ ਕਿੰਨੀਆਂ ਲੈ ਰਿਹਾ ਉਹ ਤਾਂ ਅਲੱਗ ਗੱਲ ਆ, ਕਿ 75,000 ਬਹੁਤ ਜ਼ਿਆਦਾ ਹੁੰਦੀ ਹੈ ਇੱਕ ਐਮਐਲਏ ਲਈ। ਜਿਵੇਂ ਅੱਜ ਕੱਲ੍ਹ ਨਿੱਤ ਐਮਐਲਏ ਦੇ ਬਿਆਨ ਆ ਰਿਹਾ ਕਿ ਸਾਡੀ ਪੈਨਸ਼ਨ ਬਹੁਤ ਥੋੜ੍ਹੀ ਆ, ਤੇ ਅਸੀਂ ਜੋ 10-10 ਹਜ਼ਾਰ 15-15 ਹਜ਼ਾਰ ਤੇ ਨੌਕਰੀ ਕਰ ਰਹੇ, ਸਾਡਾ ਵੀ ਤਾਂ ਕੋਈ ਸੋਚੇ। ਕਦੇ ਕੋਈ ਇਹਨਾਂ ਨੇ ਇਹੋ ਜਿਹਾ ਬਿਆਨ ਨਹੀਂ ਦਿੱਤਾ ਵੀ ਹਾਂ ਜੇ ਸਾਡੀ ਇੰਨੀ ਪੈਨਸ਼ਨ ਆ ਕਿਸੇ ਦੀ ਇੰਨੀ ਹੋਣੀ ਚਾਹੀਦੀ। ਮਤਲਬ ਇਹ ਬਹੁਤ ਚੰਗਾ ਫੈਸਲਾ ਉਹਨਾਂ ਦਾ। ਮਤਲਬ ਜਿਵੇਂ ਹੋਰ ਵੀ ਨਿੱਤ ਨਵੇਂ ਫੈਸਲੇ ਲੈ ਰਿਹਾ, ਚੰਗੇ ਫੈਸਲੇ ਆ। ਜਿਵੇਂ ਬਈ ਕਈ ਲੀਡਰਸ ਕਹਿੰਦੇ ਆ ਕਿ ਜਿਹੜੀ ਸਿਆਸਤ ਹੈ ਧੰਦਾ ਨਹੀਂ ਸੇਵਾ ਹੈ, ਜੇ ਸੇਵਾ ਹੈ ਤਾਂ ਫਿਰ ਤਨਖਾਹ ਕਿਉਂ? ਹਾਂ ਬਿਲਕੁਲ। ਬਾਕੀ ਜੇ ਆਪਾਂ ਮੁੱਢਲੀ ਜਿਵੇਂ ਆਪਾਂ ਨੂੰ ਮੁੱਢਲੀ ਸਿੱਖਿਆ ਦਿੱਤੀ ਜਾਂਦੀ ਨਾ, ਉਹ 'ਚ ਰਾਜਨੀਤੀ ਸਿੱਖਿਆ, ਜਿਵੇਂ ਅਸੀਂ +1 +2 'ਚ ਪੜ੍ਹਿਆ, ਉਹ ਸਿੱਖਿਆ 'ਚ ਵੀ ਤਾਂ ਇਹੀ ਚੀਜ਼ ਦੱਸੀ ਜਾਂਦੀ ਵੀ ਜੇ ਤੁਸੀਂ ਸਿਆਸਤ ਕਰਨ ਆਉਣੇ ਆ ਤਾਂ ਆਪਣੇ ਸਮਾਜ ਨੂੰ ਸੁਧਾਰਨ ਲਈ ਆ ਰਹੇ ਹੋ।
ਉਸ ਲਈ ਮਤਲਬ ਤੁਹਾਨੂੰ ਜੇ ਕੋਈ ਮਿਲ ਰਹੀ ਹੈ ਸੈਲਰੀ, ਉਹ ਤੁਹਾਡੇ ਮਤਲਬ ਗੁਜ਼ਾਰੇ ਲਈ ਦਿੱਤੀ ਜਾ ਰਹੀ ਹੈ, ਕਿਉਂਕਿ ਤੁਸੀਂ ਸਮਾਜ ਦੀ ਭਲਾਈ ਕਰ ਰਹੇ ਹੋ, ਉਸ ਦੇ ਗੁਜ਼ਾਰੇ ਲਈ ਦਿੱਤੀ ਜਾ ਰਹੀ। ਪੈਨਸ਼ਨ ਦਾ ਮਤਲਬ ਤਾਂ ਉਹ ਹੁੰਦਾ ਜੇ ਤੁਸੀਂ ਮਤਲਬ ਕੋਈ ਸਰਵਿਸ ਦਿੰਦੇ ਆ, ਸਰਵਿਸ ਦੇ ਬਦਲੇ ਤੁਹਾਨੂੰ ਪੈਨਸ਼ਨ ਦਿੱਤੀ ਹੈ। ਜਦੋਂ ਤੁਸੀਂ ਕਾਰੀ ਸੇਵਾ ਰਹੇ ਉਹਦੇ ਬਦਲੇ ਤਾਂ ਪੈਨਸ਼ਨ ਹੁੰਦੀ ਨਹੀਂ। NGOs ਚੱਲ ਰਹੀਆਂ, ਉਹਨੂੰ ਕੌਣ ਪੈਨਸ਼ਨ ਦੇ ਰਿਹਾ? ਉਹਨਾਂ ਨੂੰ ਤਾਂ ਕੋਈ ਸੈਲਰੀ ਵੀ ਨਹੀਂ ਦੇ ਰਿਹਾ। NGOs ਬਹੁਤ ਸਾਰੀਆਂ ਚੱਲ ਰਹੀਆਂ ਇੱਥੇ ਜਿਹੜੇ ਲੋਕਾਂ ਦਾ ਭਲਾ ਕਰ ਰਹੇ ਆ, ਉਹਨਾਂ ਨੂੰ ਤਾਂ ਕੋਈ ਸੈਲਰੀ ਵੀ ਨਹੀਂ ਦੇ ਰਿਹਾ। ਪੈਨਸ਼ਨ ਤਾਂ ਬਾਅਦ ਦੀ ਗੱਲ, ਇਹਨਾਂ ਨੂੰ ਪੈਨਸ਼ਨ ਕਿਉਂ ਚਾਹੀਦੀ ਫਿਰ? ਚਲੋ ਜੇ ਕਹਿ ਲਓ ਸੇਵਾ ਨਹੀਂ, ਰੁਜ਼ਗਾਰ ਲਾ ਲਓ। ਜੇ ਰੁਜ਼ਗਾਰ ਹੈ ਫਿਰ ਯੋਗਤਾ ਕਿਉਂ ਨਹੀਂ? ਬਿਲਕੁਲ ਯੋਗਤਾ ਵੀ ਚਾਹੀਦੀ ਹੈ। ਬਾਕੀ ਇੱਕ ਚੀਜ਼ ਹੋਰ ਆ ਨਾ ਜੀ, ਯੋਗਤਾ ਦੀ ਗੱਲ ਤਾਂ ਆਪਾਂ ਇਹ ਕਰ ਸਕਦੇ ਹਾਂ ਵੀ ਜਿਹੜੇ ਮਤਲਬ ਇਹ MLAs ਆ, ਜਿਵੇਂ ਆਪਾਂ ਨੌਕਰੀ ਪੇਸ਼ਾ ਲੋਕ ਆ ਗਏ, ਇਹਨਾਂ ਲਈ ਯੋਗਤਾ ਇਹ ਹੁੰਦੀ ਵੀ ਜਿਹੜੀ ਕੁਆਲੀਫਿਕੇਸ਼ਨ ਸਾਡੀ ਆ ਉਹਦੇ ਬੇਸ ਤੇ ਅਸੀਂ ਜੌਬ ਕਰ ਰਹੇ ਹਾਂ। ਸਾਡਾ ਜੌਬ ਵਾਲਿਆਂ ਦਾ ਕੀ ਹੁੰਦਾ, ਮਾਰਨਿੰਗ ਜੌਬ ਤੇ ਗਏ, ਈਵਨਿੰਗ ਘਰ ਆਏ। ਵੱਧ ਤੋਂ ਵੱਧ ਉਸ ਦਾ ਕੀ ਹੁੰਦਾ ਕਿ ਸ਼ਾਮ ਨੂੰ ਆ ਕੇ ਵੱਧ ਤੋਂ ਵੱਧ ਖਾਣ ਦਾ ਟਾਈਮ ਹੁੰਦਾ ਸਾਡੇ ਕੋਲ, ਸ਼ਾਮ ਨੂੰ ਮਾਰਕੀਟ ਘੁੰਮ ਲਏ ਵੱਧ ਤੋਂ ਵੱਧ। ਸਾਨੂੰ ਮਤਲਬ ਉਹ ਓਵਰਆਲ ਦੁਨੀਆ ਦਾ ਨਹੀਂ ਪਤਾ ਲੱਗਦਾ ਕੀ ਚੱਲ ਰਿਹਾ। ਚੱਲ ਠੀਕ ਹੈ ਜੀ, ਉਹ ਯੋਗਤਾ ਨਹੀਂ ਰੱਖਦੇ, ਉਹਨਾਂ ਨੂੰ ਘੱਟੋ ਘੱਟ ਦੀਨ ਦੁਨੀਆ ਦਾ ਪਤਾ ਰਹਿੰਦਾ ਵੀ ਕਿੱਥੇ ਕੀ ਹੋ ਰਿਹਾ, ਬਟ ਉਹ ਉਸ ਅਕੋਰਡਿੰਗ ਕੰਮ ਨਹੀਂ ਕਰ ਰਹੇ। ਠੀਕ ਹੈ ਨਾ? ਕਈਆਂ ਦਾ ਕਹਿਣਾ ਕਿ 70-80 ਹਜ਼ਾਰ 'ਚ ਸਾਡਾ ਗੁਜ਼ਾਰਾ ਨਹੀਂ ਹੋਣਾ। ਤੇ ਉਹਨਾਂ ਨੂੰ ਫਿਰ ਆਪਾਂ ਇਹੀ ਕਹਿਣਾ ਚਾਹਾਂਗੇ, ਜੇ ਤੁਹਾਡਾ 70-80 ਹਜ਼ਾਰ ਨਾਲ ਗੁਜ਼ਾਰਾ ਨਹੀਂ ਹੁੰਦਾ ਤਾਂ ਜਿਹੜੇ MLAs ਆ ਉਹਨਾਂ ਦੀ ਤਨਖਾਹ ਜ਼ਿਆਦਾ, ਤਾਂ MLA ਬਣੋ, ਲੋਕਾਂ ਦਾ ਕੰਮ ਕਰੋ, ਤੁਹਾਨੂੰ MLA ਚੁਣ, ਤੁਹਾਨੂੰ ਪੈਨਸ਼ਨ ਦੀ ਲੋੜ ਨਾ ਪਵੇ। ਬੈਸਟ ਹੈ ਨਾ? ਵੀ ਅਸੀਂ ਨਹੀਂ ਕਹਿੰਦੇ ਤੁਸੀਂ ਪੈਨਸ਼ਨ ਲਵੋ, ਤੁਸੀਂ MLA ਬਣੋ, ਲੋਕਾਂ ਦੇ ਕੰਮ ਹੀ ਇੰਨੇ ਕਰੋ, ਲੋਕ ਤੁਹਾਨੂੰ ਐਕਸ ਹੋਣ ਹੀ ਨਾ ਦੇਣ, ਤੇ ਫਿਰ ਉਹ ਤੁਹਾਨੂੰ ਚੰਗੀ ਸੈਲਰੀ ਮਿਲੂਗੀ, ਉਹ ਬੈਟਰ ਆ ਤੁਹਾਡੇ ਲਈ। ਅੰਕਲ, ਜਿਹੜਾ ਭਗਵੰਤ ਮਾਨ ਸਰਕਾਰ ਨੇ ਇੱਕ ਫੈਸਲਾ ਲਿੱਤਾ ਹੈ, ਇੱਕ MLA ਇੱਕ ਪੈਨਸ਼ਨ ਦਾ, ਕਈ ਵਿਧਾਇਕ ਇਸ ਚੀਜ਼ ਦਾ ਸਵਾਗਤ ਕਰ ਰਹੇ ਆ ਤੇ ਕਈ ਇਹਦੇ ਵਿਰੋਧ 'ਚ ਹੈ। ਤੁਸੀਂ ਕਿਵੇਂ ਦੇਖਦੇ ਹੋ? ਬਿਲਕੁਲ ਹੋਣਾ ਚਾਹੀਦਾ ਜੀ। ਜਦੋਂ ਹਰ ਬੰਦੇ ਨੂੰ, ਹਰ ਗਵਰਨਮੈਂਟ EMPLOYE ਨੂੰ ਇੱਕ ਵਾਰੀ ਪੈਨਸ਼ਨ ਮਿਲਦੀ ਹੈ, ਫਿਰ ਇਹਨਾਂ ਨੂੰ 4-4 5-5 ਵਾਰੀ ਕਿਉਂ ਮਿਲਣੀ ਹੈ? ਜਦੋਂ ਪੈਨਸ਼ਨ ਜਦੋਂ ਇੱਕ ਵਾਰੀ ਹੋਣੀ, ਤੇ ਪੈਨਸ਼ਨ ਦਾ ਮਤਲਬ ਕੀ ਹੈ? ਆਪਾਂ ਨੂੰ ਮਤਲਬ 올ਡ ਏਜ ਜਦ ਸਾਨੂੰ ਆਪਣਾ ਜਿਹੜਾ ਕੋਈ ਰੋਟੀ ਰੋਜੀ ਵਾਸਤੇ ਪੈਸੇ ਮਿਲਦੇ ਰਹਿਣ। ਇਹ ਤੇ ਇਹਨਾਂ 2-3 ਲੱਖ ਰੁਪਏ ਪੈਨਸ਼ਨਾਂ ਲੈ ਰਹੇ ਆ। ਇਹ ਕੋਈ ਤਰੀਕਾ ਥੋੜ੍ਹੀ ਹੈ, ਆਪਣੇ ਆਪ ਹੀ ਆਪਣੇ ਕਾਨੂੰਨ ਬਣਾ ਰਿਹਾ, ਪਚਰੀ ਆ ਰਿਹਾ। ਪੈਨਸ਼ਨ ਤੇ ਵਨ ਪੈਨਸ਼ਨ ਹੋਣੀ ਚਾਹੀਦੀ ਹੈ। ਜਦੋਂ ਬਾਕੀ ਪਬਲਿਕ ਨੂੰ ਵਨ ਪੈਨਸ਼ਨ ਮਿਲ ਰਹੀ ਹੈ, ਆਪਾਂ 올ਡ ਏਜ ਪੈਨਸ਼ਨ, ਵਿਡੋ ਪੈਨਸ਼ਨ 1500 ਦੇ ਰਹੇ ਹਾਂ। ਇਹ ਤੇ 50 60 ਹਜ਼ਾਰ ਲੈ ਕੇ ਵੀ ਟੰਦੇ ਇੱਕ ਪੈਨਸ਼ਨ ਥੋੜ੍ਹੀ ਹਨ। ਕਈਆਂ ਦਾ ਕਹਿਣਾ ਕਿ 70-80 ਹਜ਼ਾਰ 'ਚ ਸਾਡਾ ਗੁਜ਼ਾਰਾ ਨਹੀਂ ਹੋਣਾ। ਜਿਹਨਾਂ ਨੂੰ ਆਪਾਂ 올ਡ ਏਜ ਵਾਲਿਆਂ ਨੂੰ 1500 ਦੇ ਰਹੇ ਹਾਂ, ਉਹਨਾਂ ਨਾਲ ਹੋ ਰਿਹਾ। ਉਹਨਾਂ ਵੱਲ ਦੇਖੀਏ ਤੇ ਹੀ ਉਹ ਕਿੰਨਾ ਥੱਲੇ ਆਪਾਂ ਜਿੰਨਾ 70,000 ਦੇ ਰਹਿ ਰਹੇ ਥੋੜ੍ਹੇ ਆ, ਜਿਹੜਾ 1500 ਵਿਡੋ ਪੈਨਸ਼ਨ 올ਡ ਏਜ ਪੈਨਸ਼ਨ ਦੇ ਰਹੇ ਹੋ, ਕੀ ਬਣੇਗਾ ਉਹਨਾਂ ਦਾ? ਔਰ ਇੱਕ ਪੈਨਸ਼ਨ ਵੀ 50 60 70 ਹਜ਼ਾਰ ਹੈ। ਮੇਰੇ ਹਿਸਾਬ ਨਾਲ ਜੇ ਬੰਦੇ ਨੇ ਥਾਲੀ ਰੋਟੀ ਪਾਣੀ ਚਲਾਉਣੀ ਤਾਂ 20-25 ਹਜ਼ਾਰ ਵੀ ਬਹੁਤ ਹੈ। ਮਤਲਬ ਇਹ ਤਾਂ ਆਪਣੇ ਐਸ਼ਪ੍ਰਸਤੀ ਜਾਨੀ ਹੋਏ, ਜਿੰਨਾ ਮਰਜ਼ੀ ਮਿਲ ਜਾਏ, ਤੇ 5 ਪੈਨਸ਼ਨਾਂ ਮਿਲ ਜਾਣ ਫਿਰ ਵੀ ਥੋੜ੍ਹੀਆਂ ਨਾਲ ਹੀ। ਤਾਂ ਤੁਸੀਂ ਸਹਿਮਤ ਹੋ? ਬਿਲਕੁਲ ਸਹਿਮਤ ਹਾਂ ਜੀ, ਬਿਲਕੁਲ 100%। ਬਈ ਭਗਵੰਤ ਮਾਨ ਸਰਕਾਰ ਨੇ ਫੈਸਲਾ ਲਿੱਤਾ ਇੱਕ MLA ਇੱਕ ਪੈਨਸ਼ਨ ਦਾ। ਬੜੇ ਸਾਲਾਂ ਤੋਂ ਕਿੰਨੇ ਵਿਧਾਇਕ ਤੇ ਕਿੰਨੇ ਮੰਤਰੀ 3-3 4-4 ਲੱਖ ਪੈਨਸ਼ਨਾਂ ਲੈਂਦੇ ਆਏ ਆ। ਤੁਸੀਂ ਕਿਵੇਂ ਦੇਖਦੇ ਹੋ? ਨਹੀਂ, ਵਧੀਆ ਗੱਲ ਹੈ, ਪੈਨਸ਼ਨ ਤਾਂ ਮਿਲਣੀ ਚਾਹੀਦੀ ਹੈ। ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਇੰਨੇ ਸਾਲ ਤੋਂ, ਤਾਂ ਉਹਨਾਂ ਨੂੰ ਪੈਨਸ਼ਨ ਬਿਲਕੁਲ ਮਿਲਣੀ ਚਾਹੀਦੀ ਹੈ। ਤੇ ਹੁਣ ਭਗਵੰਤ ਮਾਨ ਸਰਕਾਰ ਤੋਂ ਬਹੁਤ ਇੱਕ ਵਾਰੀ ਮਿਲਣੀ ਚਾਹੀਦੀ ਹੈ ਕਿ ਆਈ ਟਰਮ ਜਿੰਨੀਆਂ ਟਰਮਸ ਉਨੀਆਂ ਮਿਲਣੀਆਂ ਚਾਹੀਦੀਆਂ? ਦੇਖੋ, ਜੋ ਬਣਦਾ ਉਹ ਤਾਂ ਮਿਲਣਾ ਹੀ ਚਾਹੀਦਾ। ਤੇ ਇਹ ਨਹੀਂ ਹੈਗਾ ਕੋਈ ਨਜਾਇਜ਼ ਲੈ ਰਿਹਾ ਤਾਂ ਉਹ ਤੇ ਜ਼ਰੂਰ ਹੋਵੇ ਜੋ ਚੀਜ਼ ਹੈਗੀ ਹੈ, ਬਟ ਜਿਨ੍ਹਾਂ ਦਾ ਰੈਗੂਲਰ, ਜਿਵੇਂ ਉਹਨਾਂ ਨੇ ਇੰਨੀ ਮਿਹਨਤ ਕੀਤੀ ਇੰਨੇ ਸਾਲਾਂ ਤੋਂ, ਸਾਡੇ ਆਪਣੇ ਫਾਦਰ ਸਾਹਿਬ ਨੇ ਕੀਤੀ ਹੈ, 30-40 ਸਾਲ ਤੋਂ ਡਿਪਾਰਟਮੈਂਟ ਨੂੰ ਸਰਵ ਕੀਤਾ, ਤਾਂ ਉਹ ਤਾਂ ਹੁਣ ਉਹਨਾਂ ਨੂੰ ਆਪਣੇ ਗੁਜ਼ਾਰੇ ਵਾਸਤੇ ਚਾਹੀਦਾ ਹੋਊਗਾ, ਉਹ ਤਾਂ ਪੈਨਸ਼ਨ ਬਣਦੀ ਹੈ ਜੋ ਹੈਗੀ ਆ। ਬਾਕੀ ਜਿਹੜੀ ਬਾਕੀ ਮੁੱਕ ਦੀ ਗੱਲ ਹੈਗੀ ਹੈ ਵੀ ਕੋਈ ਜੇ ਗਲਤ ਕਰ ਰਿਹਾ ਉਹਦੇ ਅਗੇਂਸਟ ਐਕਸ਼ਨ ਹੋਣਾ ਚਾਹੀਦਾ। ਤਾਂ ਤੁਹਾਨੂੰ ਲੱਗਦਾ ਜਿਵੇਂ ਉਹਨਾਂ ਨੇ ਇੱਕ MLA ਇੱਕ ਪੈਨਸ਼ਨ ਕਰਤਾ ਉਹ ਗਲਤ ਹੈ? ਇੱਕ MLA ਇੱਕ ਪੈਨਸ਼ਨ, ਇਹਦੇ ਬਾਰੇ ਮੈਂ ਹਾਲੇ ਕੁਝ ਕਹਿ ਨਹੀਂ ਸਕਦਾ ਹੈਗਾ। ਬਾਕੀ ਮੈਨੂੰ ਹਲੇ ਇਹਦੀ ਡਿਟੇਲ ਹੈ ਨਹੀਂ ਕਿ ਜੇ ਮੈਂ ਫਰੈਂਕਲੀ ਤੁਹਾਨੂੰ ਦੱਸਾਂ। ਬਾਕੀ ਹਾਂ, ਪੈਨਸ਼ਨ ਸਿਸਟਮ ਜਿਹੜਾ ਹੈਗਾ ਉਹ ਠੀਕ ਹੈ ਜਿਸ ਤੱਕ ਹੈਗਾ। ਬਾਕੀ ਇਹ ਸਰਕਾਰ ਤੋਂ ਬਹੁਤ ਉਮੀਦਾਂ ਨੇ ਇਸ ਵੇਲੇ, ਤੇ ਜੇ ਖਰੇ ਉਤਰਨਗੇ ਤਾਂ ਬਹੁਤ ਵਧੀਆ ਰਹੂਗਾ। ਕਈ ਵਿਧਾਇਕਾਂ ਦਾ ਕਹਿਣਾ ਹੈ ਕਿ ਜਿਹੜੀ ਪੈਨਸ਼ਨ ਹੈ 70-80 ਹਜ਼ਾਰ ਹੈ, ਇੰਨੇ 'ਚ ਸਾਡਾ ਗੁਜ਼ਾਰਾ ਨਹੀਂ ਹੋਣਾ। ਇਹ ਤਾਂ ਦੇਖੋ ਜੀ, ਹੁਣ ਪਰਸਨਲ ਓਪੀਨੀਅਨ ਹੈ, ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ। ਹੁਣ ਪਤਾ ਨਹੀਂ ਹੁਣ ਕਿਵੇਂ ਕਿਸੇ ਦੇ ਕੀ ਖਰਚੇ ਨੇ, ਕਿਸ ਹਿਸਾਬ ਨਾਲ ਹੋ ਸਕਦਾ। ਤਾਂ ਜੇ ਨਹੀਂ ਹੋ ਰਿਹਾ ਹੋਵੇ ਗੁਜ਼ਾਰਾ ਤਾਂ ਕਹਿ ਰਹੇ ਨੇ, ਬਾਕੀ ਕਹਿ ਨਹੀਂ ਸਕਦੇ ਇਹਦੇ ਬਾਰੇ। ਆਪਾਂ ਖਰਚਿਆਂ ਦੀ ਗੱਲ ਕਰੀਏ, ਉੱਥੇ ਹੀ 5500-6000 ਲੈਂਦੇ ਆਇਆ ਕੰਡਕਟਰ, ਟੀਚਰ, ਹੋਰ ਇਦਾਂ ਦੇ ਕਰਮਚਾਰੀ, ਉਹ ਇੰਨੇ 'ਚ ਵੀ ਸਾਰਦੇ ਆ। ਹਾਂ, ਇਹ ਤਾਂ ਹੈਗਾ। ਦੇਖੋ, ਹੁਣ ਕਹਿਣ ਵਾਲੀ ਗੱਲ ਤਾਂ ਇਹ ਵੀ ਕਹਿ ਸਕਦਾ ਬੰਦਾ ਵੀ ਉਹ ਸਾਰਦੇ ਨੇ, ਬਟ ਹੁਣ ਤੁਸੀਂ ਕਹਿ ਰਹੇ MLA ਲੈਵਲ ਦਾ ਬੰਦਾ, ਤਾਂ ਉਹ ਕਿਵੇਂ ਕੀ ਚੱਲ ਰਿਹਾ ਉਹਦਾ ਆਪਾਂ ਕੁਝ ਕਹਿ ਨਹੀਂ ਸਕਦੇ ਹੈਗੇ। ਇਹ ਸਾਡਾ ਵਿਚਾਰ ਹੈ। ਅੰਕਲ, ਭਗਵੰਤ ਮਾਨ ਸਰਕਾਰ ਨੇ ਫੈਸਲਾ ਲਿੱਤਾ ਹੈ ਇੱਕ MLA ਇੱਕ ਪੈਨਸ਼ਨ ਦਾ, ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? मैं तो राजनीति वालों से बहुत दूर रहता हूँ, इस विषय में जानता ही नहीं कुछ भी, कौन क्या कर रहा क्या नहीं कर रहा। पर आपको ये फैसला कैसे लग रहा है, ठीक है या गलत है? फैसला बहुत बढ़िया है। पेंशन की पुरानों की सबकी ख़त्म होनी चाहिए। बहुत बढ़िया फैसला लिया। भाई जी, ਤੁਸੀਂ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ? ਫੈਸਲਾ ਬਹੁਤ ਵਧੀਆ ਜੀ। ਇਹਨੂੰ ਤਾਂ ਪੈਨਸ਼ਨ ਹੋਣੀ ਨਹੀਂ ਚਾਹੀਦੀ, ਉਹ ਤਾਂ ਸੇਵਾ ਵਾਸਤੇ ਆਏ ਆ। ਉਹਨਾਂ ਦੀ ਕਿਹੜੀ ਕੋਈ ਕੁਆਲੀਫਿਕੇਸ਼ਨ ਆ, ਆਪਣੀ ਮਰਜ਼ੀ ਨਾਲ ਆਉਂਦੇ ਆ ਪੋਲਿਟਿਕਸ 'ਚ। ਜੇ ਸੇਵਾ ਵਾਸਤੇ ਆਏ ਫਿਰ ਤਾਂ ਤਨਖਾਹ ਵੀ ਨਹੀਂ ਹੋਣੀ ਚਾਹੀਦੀ? ਬਿਲਕੁਲ ਨਹੀਂ ਹੋਣੀ ਚਾਹੀਦੀ ਜੀ।
ਕਿਉਂਕਿ ਇਹ ਆਪਣੀ ਮਰਜ਼ੀ ਨਾਲ ਹੀ ਆਉਂਦੇ ਆ ਇਹ, ਇਹਨਾਂ ਨੂੰ ਕਿਹੜਾ ਕੋਈ ਇਨਵੀਟੇਸ਼ਨ ਦਿੰਦਾ ਵੀ ਤੁਸੀਂ ਸਾਡੇ ਵਾਸਤੇ ਲੜੋ ਆ ਕੇ। ਤੇ ਮੇਰੇ ਹਿਸਾਬ ਨਾਲ ਤਾਂ ਜਿਹੜੀ ਹੁਣ ਇੱਕ ਲਾਈ ਉਹ ਵੀ ਬੰਦ ਹੋਣੀ ਚਾਹੀਦੀ ਪੈਨਸ਼ਨ ਇਹਨਾਂ ਦੀ, ਤੇ ਇਸ ਕਰਕੇ ਬਹੁਤ ਵਧੀਆ ਫੈਸਲਾ ਹੈ। ਕਈ ਵਿਧਾਇਕਾਂ ਦਾ ਕਹਿਣਾ ਹੈ, ਜਿਵੇਂ ਕੁਲਦੀਪ ਸਿੰਘ ਵੈਦ, ਮਾਸਟਰ ਮੋਹਨ ਲਾਲ ਵਰਗੇ, ਉਹਨਾਂ ਦਾ ਕਹਿਣਾ ਹੈ ਕਿ ਇੰਨੇ 'ਚ ਗੁਜ਼ਾਰਾ ਨਹੀਂ ਹੋਣਾ। ਜੇ ਇੰਨੀ ਇੱਕ ਪੈਨਸ਼ਨ ਕਰਤੀ ਤਾਂ ਐਮਐਲਏ ਜਿਹੜੇ ਹੈਗੇ ਉਹ ਕਰਪਸ਼ਨ ਕਰਨ ਲਈ ਮਜਬੂਰ ਹੋ ਜਾਣਗੇ। ਤੁਸੀਂ ਕੀ ਕਹੋਗੇ? ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਜਿਹੜੇ ਬਿਆਨ ਦੇ ਰਹੇ ਆ ਜੀ। ਪਹਿਲਾਂ ਤਾਂ IAS ਰਹੇ ਆ, ਉਹਨਾਂ ਨੂੰ ਪਹਿਲਾਂ ਉੱਥੋਂ ਪੈਨਸ਼ਨ ਮਿਲਦੀ ਹੈ, ਤੇ ਜਿਹੜੇ ਟੀਚਰ ਇੰਨੇ 7-7 ਹਜ਼ਾਰ ਤੇ ਲੱਗੇ 20-20 ਸਾਲਾਂ ਦੇ, ਉਹਨਾਂ ਨੂੰ ਕੋਈ ਪੈਨਸ਼ਨ ਨਹੀਂ। ਮੈਂ ਆਪ ਮੁਲਾਜ਼ਮ ਹਾਂ, ਮੇਰੀ ਕੋਈ ਪੈਨਸ਼ਨ ਨਹੀਂ ਹੈ 2004 ਤੋਂ ਬਾਅਦ ਵਾਲਿਆਂ ਦੀ। ਇਹਨਾਂ ਨੂੰ ਤਾਂ ਇਹੋ ਜਿਹੀ ਮਤਲਬ ਸੋਚ ਕੇ ਬੋਲਣਾ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ। ਹਾਂਜੀ, ਇਹ ਤਾਂ ਬਹੁਤ ਅੱਛਾ ਫੈਸਲਾ ਜੀ, ਇਹ ਨਾਲ ਆ ਬਿਲकुल भगवंत मान। भैया जी, आप कैसे देखते हो इस फैसले को? राइट है जी, बहुत अच्छा फैसला है। हाँ जी, बिल्कुल जी। आपको लगता है कि एक एमएलए की एक ही पेंशन होनी चाहिए, जितनी बार मर्जी एमएलए बन जाए? बिल्कुल जी, बहुत सही फैसला है। एक ही बार ही होनी चाहिए, ऑल ओवर पूरी उम्र के लिए नहीं। हाँ जी, धन्यवाद। यही नहीं, सब स्टेट में होना चाहिए। सब स्टेट में बिल्कुल बिल्कुल बिल्कुल, ऑल ओवर स्टेट में यही होना चाहिए। ਹੈਲੋ ਮੈਮ, ਜਿਹੜੀ ਆਮ ਆਦਮੀ ਪਾਰਟੀ ਹੈ, ਭਗਵੰਤ ਮਾਨ ਸਰਕਾਰ ਨੇ ਫੈਸਲਾ ਲਿੱਤਾ ਹੈ ਇੱਕ ਐਮਐਲਏ ਇੱਕ ਪੈਨਸ਼ਨ ਦਾ, ਤੁਸੀਂ ਕਿਵੇਂ ਦੇਖਦੇ ਹੋ? नॉट बैड, बाकी हाँ होना चाहिए, ऐसा होना चाहिए। जो अननेसेसरी जो मिनिस्टर्स के ऊपर या किसी भी अननेसेसरी पैसा खर्च होता है आम जनता का, किसी न किसी तरीके से उसको इसी तरीके से करना चाहिए। ਬਾਈ ਜੀ, ਜਿੱਥੇ ਇਸ ਚੀਜ਼ ਦਾ ਕਈ ਵਿਧਾਇਕ ਸਵਾਗਤ ਕਰ ਰਹੇ, ਉੱਥੇ ਹੀ ਕਈ ਲੋਕ ਵਿਰੋਧ ਵੀ ਕਰ ਰਹੇ ਆ। ਮੈਂ ਵਿਰੋਧ ਉਹ ਤਾਂ ਕਰ ਰਿਹਾ ਕਿਉਂਕਿ ਉਹਨਾਂ ਦਾ ਆਪਣਾ ਨੁਕਸਾਨ ਹੁੰਦਾ ਵਾ। ਕਿਉਂਕਿ ਜਿਹੜਾ ਉਹਨਾਂ ਨੂੰ ਹਰ ਮਹੀਨੇ ਦੇਖੋ 50 ਤੋਂ 60 ਹਜ਼ਾਰ ਰੁਪਇਆ ਬੇਮਤਲਬ ਦਾ ਬੈਠੇ ਬਿਠਾਏ ਮਿਲਣਾ ਹਰਾ ਵਾ। ਜੇ ਤੁਹਾਨੂੰ ਵੀ ਅੱਜ ਬੈਠੇ ਬਿਠਾਏ ਲੱਖ ਰੁਪਇਆ ਮਿਲੇ, ਤੇ ਜੇ ਤੁਹਾਨੂੰ ਉਹ ਬੰਦ ਹੋ ਜਾਵੇ ਅਚਾਨਕ, ਤੇ ਤੁਸੀਂ ਉਸ ਚੀਜ਼ ਦਾ ਵਿਰੋਧ ਕਰੋਗੇ। ਜਿਹੜੇ ਸਵਾਰਤ ਉਹ ਕਰ ਰਹੇ ਆ, ਜਿਨ੍ਹਾਂ ਨੂੰ ਪਤਾ ਚੱਲੇ ਯਾਰ ਕੋਈ ਗੱਲ ਨਹੀਂ, ਆਪਣੇ ਕੋਲ ਤਾਂ ਪੈਸਾ ਹਜਾ ਵਾ, ਆਪਾਂ ਕੋਈ ਨਹੀਂ ਮਿਹਨਤ ਕਰਕੇ ਕਮਾ ਲਾਂਗੇ। ਕਿਉਂਕਿ ਮੈਮ ਕੋਈ ਵੀ ਇਨਸਾਨ ਹੈ, ਉਹਨੂੰ ਦੇਖੋ ਜੇ ਬੈਠੇ ਬਿਠਾਏ ਚੀਜ਼ ਮਿਲੇ ਜੀ, ਤੇ ਉਸ ਨੂੰ ਯਕਦਮ ਉਸ ਚੀਜ਼ ਨੂੰ ਬੰਦ ਕਰਾਂਗੇ ਆਪਾਂ, ਉਸ ਚੀਜ਼ ਦਾ ਵਿਰੋਧ ਹੁੰਦਾ ਹੀ ਹੁੰਦਾ ਕਦੀ ਵੀ ਕੋਈ ਵੀ ਚੀਜ਼ ਆ। ਹੁਣ ਦੇਖੋ ਇੰਨੇ ਫੈਸਲੇ ਲਏ ਇਹਨਾਂ ਨੇ, ਸਿਕਿਉਰਿਟੀਜ਼ ਵਾਪਸ ਲੈ, ਹੋਰ ਲੈ, ਕਿਉਂ? ਜਿਨ੍ਹਾਂ ਨੂੰ ਵਿਰੋਧ ਉਹਨਾਂ ਨੂੰ ਹੋ ਰਿਹਾ ਵਾ, ਜਿਨ੍ਹਾਂ ਨੂੰ ਮੁਫਤ ਦੀਆਂ ਖਾਣ ਦੀ ਆਦਤ ਪੈ ਰਹੀ ਹੈ ਮੈਮ, ਉਹਨਾਂ ਨੂੰ ਅੱਜ ਜੇ ਮਿਹਨਤ ਕਰਨੀ ਪੈ ਰਹੀ, ਉਹਨਾਂ ਦਾ ਵਿਰੋਧ ਹੋ ਹੀ ਰਿਹਾ ਹੋਏਗਾ। ਤਾਂ ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ? ਮੈਮ ਫੈਸਲਾ ਇਹ ਅੱਛਾ ਹੈ, ਪਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਇਸ ਚੀਜ਼ ਨੂੰ ਹਰੇਕ ਲੈਵਲ ਤੇ ਐਕਸਪਲੇਨ ਹੋਣਾ ਚਾਹੀਦਾ। ਇਹ ਨਹੀਂ ਹੈ ਕਿ ਆਪਾਂ ਫੈਸਲਾ ਕਰਤਾ ਪਰ ਉਸ ਚੀਜ਼ ਦਾ ਨਤੀਜਾ ਜਿਹੜਾ ਆਵੇ ਉਹ ਲੇਟ ਆਵੇ, ਨਤੀਜਾ ਤੁਰੰਤ ਆਉਣਾ ਚਾਹੀਦਾ ਹੈ। ਫੈਸਲਾ ਅੱਛਾ, ਆਪਾਂ ਇਹ ਨਹੀਂ ਕਹਿੰਦੇ ਫੈਸਲਾ ਮਾੜਾ ਹੈ, ਪਰ ਉਸ ਚੀਜ਼ ਦਾ ਜਿਹੜਾ ਰਿਜ਼ਲਟ ਹੈ ਨਾ ਮੈਮ, ਉਹ ਤੁਰੰਤ ਹੋਣਾ ਚਾਹੀਦਾ, ਤੇ ਹਰੇਕ ਇਨਸਾਨ ਲਈ ਹੋਣਾ ਚਾਹੀਦਾ। ਇਹ ਨਹੀਂ ਹੈ ਕਿ ਆਪਾਂ ਆਪਣੇ ਬੰਦਿਆਂ ਨੂੰ ਤਾਂ ਫੈਸਿਲਿਟੀਜ਼ ਦੇਈ ਜਾਈਏ, ਦੂਜੇ ਬੰਦਿਆਂ ਦੀ ਫੈਸਿਲਿਟੀਜ਼ ਬੰਦ ਕਰੀਏ। ਬਰਾਬਰ ਹੋਣਾ ਚਾਹੀਦਾ, ਸਭ ਤੋਂ ਵੱਡੀ ਗੱਲ ਇਹ ਹੈ। ਕਿਉਂਕਿ ਇਹਨਾਂ ਨੇ ਇਹ ਕੀਤਾ, ਜਿਹੜੇ ਇਹਨਾਂ ਦੇ ਆਪਣੇ ਵਿਧਾਇਕ ਹੈ ਉਹਨਾਂ ਨੂੰ ਫੈਸਿਲਿਟੀਜ਼ ਚਾਲੂ ਰੱਖਤੀਆਂ, ਜਿਹੜੇ ਦੂਜੇ ਵਿਧਾਇਕ ਸੀ ਹੋਰ ਪਾਰਟੀਆਂ ਦੇ, ਉਹ ਕਹਿੰਦੇ ਸਾਡੀ ਫੈਸਿਲਿਟੀਜ਼ ਬੰਦ ਕਰ ਰਹੇ ਆ। ਇਸ ਚੀਜ਼ ਦਾ ਤਾਂ ਇਹ ਸੀਗੇ ਇੱਥੋਂ ਦੇ ਲੋਕਾਂ ਦੇ ਵਿਚਾਰ। ਉਹਨਾਂ ਦਾ ਸੋਚਣਾ ਹੈ ਕਿ ਜਿਹੜਾ ਭਗਵੰਤ ਮਾਨ ਸਰਕਾਰ ਨੇ ਇਹ ਫੈਸਲਾ ਲਿੱਤਾ ਹੈ ਬਿਲਕੁਲ ਸਹੀ ਹੈ। ਇੱਕ ਐਮਐਲਏ ਨੂੰ ਇੱਕ ਪੈਨਸ਼ਨ ਨਹੀਂ ਮਿਲਣੀ ਚਾਹੀਦੀ ਹੈ, ਜਿੱਥੇ ਬਾਕੀ ਲੋਕ ਘੱਟ ਵਿੱਚ ਗੁਜ਼ਾਰਾ ਕਰਦੇ ਆ ਤਾਂ ਉਹ ਵੀ ਕਰ ਸਕਦੇ ਆ। ਪਰ ਕਈਆਂ ਦਾ ਕਹਿਣਾ ਹੈ ਕਿ ਜੇ ਆਹ ਫੈਸਲਾ ਲਿੱਤਾ ਤਾਂ ਇਹ ਫੈਸਲਾ ਛੇਤੀ ਤੋਂ ਛੇਤੀ ਇੰਪਲੀਮੈਂਟ ਹੋਣਾ ਚਾਹੀਦਾ, ਤੇ ਸਿਰਫ ਦੂਜਿਆਂ ਲਈ ਨਹੀਂ ਸਾਰਿਆਂ ਲਈ ਹੋਣਾ ਚਾਹੀਦਾ, ਤੇ ਬਰਾਬਰਤਾ ਹੋਣੀ ਚਾਹੀਦੀ ਹੈ। ਕੈਮਰਾਮੈਨ ਵਿੱਕੀ ਦੇ ਨਾਲ ਸੀਰਤ ਸੰਧੂ, ਸਤਿ ਸ਼੍ਰੀ ਅਕਾਲ।